सत श्री अकाल सारे विद्यार्थियों ਨੂੰ स्वागत किया जाता है ਤੁਹਾਡੇ अपने यूट्यूब चैनल वरिंदर एजुकेशन विच। अज असी बहुत ही महत्वपूर्ण टॉपिक करन जा रहे हैं जिसका नाम हैगा राइट टू एजुकेशन एक्ट 2009 ते शॉर्ट फॉर्म दे विच इहनूं RTE एक्ट भी कहा जाता गा। ते इस एक्ट का जिहड़ा पूरा नाम आ वो हैगा द राइट ऑफ चिल्ड्रन टू फ्री एंड कंपलसरी एजुकेशन एक्ट 2009। ਇਹ ਜਿਹੜਾ ਐਕਟ ਹੈਗਾ ਇਹ 2009 ਦੇ ਵਿੱਚ ਆਇਆ ਸੀਗਾ, ਜਿਹਦੇ ਵਿੱਚ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦੀ ਗੱਲ ਕੀਤੀ ਗਈ ਸੀਗੀ। ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਜਿਹੜਾ ਮਕਸਦ ਸੀਗਾ ਉਹ ਸੀਗਾ ਕਿ ਦੇਸ਼ ਦੇ ਵਿੱਚ ਜਿਹੜੀ ਅਨਪੜ੍ਹਤਾ ਗੀ ਉਹਨੂੰ ਖਤਮ ਕਰਨਾ, ਜਿਹਦੇ ਨਾਲ ਭਾਰਤ ਦਾ ਹਰ ਇੱਕ ਬੱਚਾ ਜਿਹੜਾ ਉਹ ਸਿੱਖਿਆ ਹਾਸਲ ਕਰ ਸਕੇ ਤੇ ਦੇਸ਼ ਦੀ ਉન્નਤੀ ਦੇ ਵਿੱਚ ਆਪਣਾ ਯੋਗਦਾਨ ਪਾ ਸਕੇ। ਹੁਣ ਆਪਾਂ ਗੱਲ ਕਰਦੇ ਆਂਗੇ ਕਿ RTE ਐਕਟ 2009 ਕਦੋਂ ਲਾਗੂ ਕੀਤਾ ਗਿਆ ਸੀ। ਜਿਵੇਂ ਕਿ ਆਪਾਂ ਨੂੰ ਪਤਾ ਹੀ ਆ ਕਿ ਕੋਈ ਵੀ ਜਿਹੜਾ ਐਕਟ ਹੈਗਾ ਉਹ ਐਕਟ ਬਣਨ ਤੋਂ ਪਹਿਲਾਂ ਇੱਕ ਬਿੱਲ ਹੁੰਦਾ ਗਾ, ਤੇ ਬਿੱਲ ਆ ਜਿਹੜਾ ਉਹਨੂੰ ਐਕਟ ਬਣਨ ਦੇ ਲਈ 3 ਪੜਾਵਾਂ ਦੇ ਵਿੱਚੋਂ ਗੁਜ਼ਰਨਾ ਪੈਂਦਾ ਗਾ। ਮਤਲਬ ਕਿ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲੈਣੀ ਜ਼ਰੂਰੀ ਹੁੰਦੀ ਹੈਗੀ। ਇਸੇ ਤਰ੍ਹਾਂ ਹੀ ਜਿਹੜਾ ਆਪਣਾ ਰਾਈਟ ਟੂ ਐਜੂਕੇਸ਼ਨ ਐਕਟ 2009 ਆਗਾ, ਇਹਨੇ ਵੀ ਰਾਜ ਸਭਾ, ਲੋਕ ਸਭਾ ਤੇ ਰਾਸ਼ਟਰਪਤੀ ਦੀ ਮਨਜ਼ੂਰੀ ਲਈ ਸੀਗੀ। ਤੇ ਰਾਜ ਸਭਾ ਨੇ ਇਹ ਜਿਹੜੀ ਮਨਜ਼ੂਰੀ ਆਗੀ ਮਤਲਬ ਕਿ ਇਹਨੂੰ 2 ਜੁਲਾਈ 2009 ਦੇ ਵਿੱਚ ਪਾਸ ਕੀਤਾ ਸੀ, ਤੇ ਲੋਕ ਸਭਾ ਦੁਆਰਾ ਇਹਨੂੰ 4 ਅਗਸਤ 2009 ਦੇ ਵਿੱਚ ਪਾਸ ਕੀਤਾ ਗਿਆ, ਤੇ ਰਾਸ਼ਟਰਪਤੀ ਨੇ ਜਿਹੜੀ ਆਪਣੀ ਮਨਜ਼ੂਰੀ ਆਗੀ ਉਹ 26 ਅਗਸਤ 2009 ਨੂੰ ਦਿੱਤੀ ਸੀਗੀ। ਪਰ ਜਿਹੜਾ ਇਹ ਐਕਟ ਹੈਗਾ ਇਹ ਪੂਰੇ ਭਾਰਤ ਦੇ ਵਿੱਚ 1 ਅਪ੍ਰੈਲ 2010 ਦੇ ਵਿੱਚ ਲਾਗੂ ਕੀਤਾ ਗਿਆ ਸੀਗਾ। ਹੁਣ ਕਈਆਂ ਦੇ ਮਨ ਦੇ ਵਿੱਚ ਇਹ ਕੁਐਸਚਨ ਆ ਰਿਹਾ ਗਾ ਕਿ ਇਸ ਐਕਟ ਨੂੰ ਆਪਾਂ ਕਹਿੰਦੇ 2009 ਦਾ ਐਕਟ ਹੈਗਾ, ਪਰ ਇਹ ਜਿਹੜਾ ਲਾਗੂ ਹੈਗਾ ਉਹ 1 ਅਪ੍ਰੈਲ 2010 ਨੂੰ ਕੀਤਾ ਗਿਆ ਸੀ। ਤਾਂ ਇਹਦਾ ਜਵਾਬ ਇਹ ਆ ਕਿ ਇਹ ਜਿਹੜਾ ਐਕਟ ਸੀਗਾ ਇਹਦਾ ਨਿਰਮਾਣ 2009 ਦੇ ਵਿੱਚ ਕੀਤਾ ਗਿਆ ਸੀਗਾ। ਇਸੇ ਕਰਕੇ ਹੀ ਇਸ ਐਕਟ ਨੂੰ ਰਾਈਟ ਟੂ ਐਜੂਕੇਸ਼ਨ ਐਕਟ 2009 ਆ ਉਹ ਕਿਹਾ ਜਾਂਦਾ ਗਾ। ਤੇ ਜਿਹੜਾ ਐਕਟ ਹੈਗਾ ਇਹ ਕੇਵਲ ਜੰਮੂ ਤੇ ਕਸ਼ਮੀਰ ਦੇ ਵਿੱਚ ਲਾਗੂ ਨਹੀਂ ਕੀਤਾ ਗਿਆ ਸੀਗਾ, ਪਰ ਪਿਛਲੇ ਸਾਲ ਜਿਹੜਾ ਅਨੁਛੇਦ 370 ਹੈਗਾ ਉਹਨੂੰ ਸੰਵਿਧਾਨ ਦੇ ਵਿੱਚ ਹੁਣ ਖਤਮ ਕੀਤਾ ਗਿਆ ਗਾ। ਤਾਂ ਹੋ ਸਕਦਾ ਗਾ ਕਿ ਜਿਹੜਾ ਇਹ ਐਕਟ ਹੈਗਾ ਇਹ ਜੰਮੂ ਤੇ ਕਸ਼ਮੀਰ ਦੇ ਵਿੱਚ ਵੀ ਲਾਗੂ ਕੀਤਾ ਜਾ ਸਕੇ। ਹੁਣ ਆਪਾਂ ਇਸ ਐਕਟ ਦੇ ਇਤਿਹਾਸ ਦੀ ਗੱਲ ਕਰਦੇ ਆਂਗੇ। ਸੰਵਿਧਾਨ ਦੀ ਜਿਹੜੀ 86ਵੀਂ ਸੋਧ ਸੀਗੀ ਜਿਹੜੀ ਕਿ 2002 ਦੇ ਵਿੱਚ ਹੋਈ ਸੀਗੀ, ਇਹਦੇ ਵਿੱਚ ਸੰਵਿਧਾਨ ਦੇ 3 ਭਾਗ ਦੇ ਵਿੱਚ ਇੱਕ ਨਵਾਂ ਆਰਟੀਕਲ ਜੋੜਿਆ ਗਿਆ ਸੀਗਾ, ਆਰਟੀਕਲ 21A, ਜਿਹਦੇ ਵਿੱਚ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦਾ ਪ੍ਰਬੰਧ ਕੀਤਾ ਗਿਆ ਸੀਗਾ। ਮਤਲਬ ਕਿ 6 ਤੋਂ ਲੈ ਕੇ 14 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਲਾਜ਼ਮੀ ਤੇ ਮੁਫਤ ਸਿੱਖਿਆ ਦੇਣ ਦੀ ਗੱਲ ਕਹੀ ਗਈ ਸੀਗੀ। ਤੇ ਸੰਵਿਧਾਨ ਦਾ ਜਿਹੜਾ 3 ਭਾਗ ਹੈਗਾ ਉਹ ਮੌਲਿਕ ਅਧਿਕਾਰਾਂ ਨਾਲ ਸੰਬੰਧਿਤ ਹੈਗਾ। ਹੁਣ ਆਪਾਂ ਇਸ ਐਕਟ ਦੇ ਕੁਝ ਮਹੱਤਵਪੂਰਨ ਬਿੰਦੂ ਨੇ ਜਿਹੜੇ ਉਹ ਦੇਖਦੇ ਆਂਗੇ, ਉਹ ਕਿਹੜੇ ਨੇ। ਪਹਿਲਾ ਹੈਗਾ ਗਾ 6 ਤੋਂ 14 ਸਾਲ ਦੀ ਉਮਰ ਦੇ ਬੱਚਿਆਂ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਪ੍ਰੋਵਾਈਡ ਕਰਨਾ। ਇਹ ਜਿਹੜਾ ਐਕਟ ਸੀਗਾ ਇਹਨੇ ਸਿਰਫ 6 ਤੋਂ ਲੈ ਕੇ 14 ਸਾਲ ਦੇ ਬੱਚਿਆਂ ਦੇ ਲਈ ਮੁਫਤ ਤੇ ਲਾਜ਼ਮੀ ਸਿੱਖਿਆ ਦੇਣ ਦੀ ਗੱਲ ਕੀਤੀ। ਹੁਣ ਜਿਹੜੀ ਇਹ ਏਜ ਲਿਮਿਟ ਆ ਗਈ ਇਹ ਕਿਉਂ ਰੱਖੀ ਗਈ ਸੀਗੀ? ਇਹਦਾ ਮੇਨ ਜਿਹੜਾ ਕਾਰਨ ਆ ਉਹ ਇਹੀ ਆ ਕਿ 6 ਤੋਂ ਲੈ ਕੇ 14 ਸਾਲ ਤੱਕ ਜਿਹੜੇ ਬੱਚਿਆਂ ਦਾ ਦਿਮਾਗ ਆਗਾ ਉਹ ਲਗਾਤਾਰ ਗਰੋਥ ਕਰਦਾ ਰਹਿੰਦਾ ਗਾ, ਜਿਹਦੇ ਤੇ ਆਪਾਂ ਕਿਸੇ ਵੀ ਪ੍ਰਕਾਰ ਦੀ ਛਾਪ ਛੱਡਾਂਗੇ ਤਾਂ ਉਹ ਪੂਰੀ ਉਮਰ ਤੱਕ ਕਾਇਮ ਰਹਿੰਦੀ ਆ। ਇਸੇ ਲਈ ਹੀ ਇਹ ਜਿਹੜੀ ਉਮਰ ਆ ਗਈ ਇਹ 6 ਤੋਂ ਲੈ ਕੇ 14 ਸਾਲ ਤੱਕ ਹੀ ਨਿਸ਼ਚਿਤ ਕੀਤੀ ਗਈ ਸੀ। ਦੂਸਰਾ ਜਿਹੜਾ ਮਹੱਤਵਪੂਰਨ ਪੁਆਇੰਟ ਆ ਉਹ ਹੈਗਾ ਗਾ RTE ਐਕਟ ਅਨੁਸਾਰ 8ਵੀਂ ਕਲਾਸ ਤੱਕ ਬੱਚੇ ਨੂੰ ਫੇਲ ਨਹੀਂ ਕੀਤਾ ਜਾ ਸਕਦਾ। ਤੀਸਰਾ ਮਹੱਤਵਪੂਰਨ ਪੁਆਇੰਟ ਹੈਗਾ ਗਾ ਸਕੂਲ ਵਿੱਚ ਦਾਖਲਾ ਲੈਣ ਲਈ ਜਨਮ ਪ੍ਰਮਾਣ ਪੱਤਰ ਦੀ ਲੋੜ ਨਹੀਂ। ਪਹਿਲਾਂ ਕੀ ਹੁੰਦਾ ਸੀਗਾ ਕਿ ਸਕੂਲ ਦੇ ਵਿੱਚ ਦਾਖਲਾ ਲੈਣ ਲਈ ਪਹਿਲਾਂ ਜਨਮ ਜਿਹੜਾ ਪ੍ਰਮਾਣ ਪੱਤਰ ਸੀ ਉਹਦੀ ਲੋੜ ਪੈਂਦੀ ਸੀ, ਜਿਹਦੇ ਤੋਂ ਬਿਨਾਂ ਕਿਸੇ ਬੱਚੇ ਨੂੰ ਸਕੂਲ ਵਿੱਚ ਐਡਮਿਸ਼ਨ ਨਹੀਂ ਦਿੱਤੀ ਜਾਂਦੀ ਸੀ। ਪਰ ਹੁਣ ਇਸ ਐਕਟ ਦੇ ਆਉਣ ਦੇ ਨਾਲ ਜਿਹੜਾ ਜਨਮ ਪ੍ਰਮਾਣ ਪੱਤਰ ਆ ਉਹਦੀ ਕੋਈ ਲੋੜ ਨਹੀਂ ਰਹੀ। ਇਹਦੇ ਨਾਲ ਇਹ ਫਾਇਦਾ ਹੋਇਆ ਕਿ ਜਿਨ੍ਹਾਂ ਨੂੰ ਨਾਜਾਇਜ਼ ਔਲਾਦ ਕਿਹਾ ਜਾਂਦਾ ਗਾ, ਮਤਲਬ ਕਿ ਜਿਨ੍ਹਾਂ ਨੂੰ ਨਾਜਾਇਜ਼ ਬੱਚੇ ਕਿਹਾ ਜਾਂਦਾ ਗਾ, ਉਹ ਵੀ ਹੁਣ ਸਿੱਖਿਆ ਜਿਹੜੀ ਲੈ ਸਕਦੇ ਨੇ।
ਚੌਥਾ ਜਿਹੜਾ ਮਹੱਤਵਪੂਰਨ ਪੁਆਇੰਟ ਆ ਉਹ ਹੈਗਾ ਗਾ RTE ਐਕਟ ਅਨੁਸਾਰ ਪ੍ਰਾਈਵੇਟ ਸਕੂਲਾਂ ਵਿੱਚ ਗਰੀਬਾਂ ਲਈ 25% ਸੀਟਾਂ ਰਾਖਵੀਆਂ ਰੱਖੀਆਂ ਜਾਣ। ਇਹ ਜਿਹੜਾ ਪੁਆਇੰਟ ਆ ਇਹ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ। ਐਗਜ਼ਾਮ ਦੇ ਵਿੱਚ ਇਹ ਪੁੱਛਿਆ ਜਾ ਸਕਦਾ ਗਾ ਕਿ ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਗਰੀਬਾਂ ਲਈ ਕਿੰਨੇ % ਜਿਹੜੀਆਂ ਸੀਟਾਂ ਨੇਗੀਆਂ ਉਹ ਰਾਖਵੀਆਂ ਰੱਖੀਆਂ ਜਾਂਦੀਆਂ ਨੇਗੀਆਂ। ਹੁਣ ਆਪਾਂ ਇਸ ਪੁਆਇੰਟ ਨੂੰ ਸਮਝਦੇ ਆਂਗੇ। ਜਿਵੇਂ ਕਿ ਹੁਣ ਮਹਿੰਗਾਈ ਦੇ ਜ਼ਮਾਨੇ ਦੇ ਵਿੱਚ ਗਰੀਬਾਂ ਦੇ ਲਈ ਪ੍ਰਾਈਵੇਟ ਸਕੂਲਾਂ 'ਚ ਪੜ੍ਹਨਾ ਲਗਭਗ ਨਾਮੁਮਕਿਨ ਨਹੀਂ ਹੈਗਾ, ਪਰ ਲਗਭਗ ਜਿਹੜਾ ਹਰ ਇੱਕ ਮਾਂ-ਬਾਪ ਆ ਉਹ ਚਾਹੁੰਦਾ ਗਾ ਕਿ ਉਹਦਾ ਜਿਹੜਾ ਬੱਚਾ ਗਾ ਉਹ ਪ੍ਰਾਈਵੇਟ ਸਕੂਲ ਦੇ ਵਿੱਚ ਪੜ੍ਹੇ, ਕਿਉਂਕਿ ਮਾਂ-ਬਾਪ ਨੂੰ ਲੱਗਦਾ ਗਾ ਕਿ ਪ੍ਰਾਈਵੇਟ ਸਕੂਲਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਨੂੰ ਵਧੀਆ ਸਿੱਖਿਆ ਦਿੱਤੀ ਜਾਂਦੀ ਹੈਗੀ। ਤਾਂ ਇਸ ਐਕਟ ਨੇ ਇਹ ਪ੍ਰੋਵਾਈਡ ਕੀਤਾ ਕਿ ਜਿਹੜੇ ਗਰੀਬਾਂ ਦੇ ਬੱਚੇ ਨੇਗੇ ਉਹ ਵੀ 25% ਜਿਹੜੀਆਂ ਸੀਟਾਂ ਨੇਗੀਆਂ ਉਹ ਲੈ ਸਕਦੇ ਨੇ, ਮਤਲਬ ਕਿ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਪੜ੍ਹ ਸਕਦੇ ਨੇ। ਇਸ ਐਕਟ ਦੇ ਅਨੁਸਾਰ ਜਿਹੜਾ ਅਧਿਆਪਕਾਂ ਦਾ ਕਾਰਜ ਹੈਗਾ ਉਹ ਵੀ ਨਿਸ਼ਚਿਤ ਕੀਤਾ ਗਿਆ ਗਾ, ਜਿਹਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਇੱਕ ਅਧਿਆਪਕ ਨੂੰ ਇੱਕ ਹਫ਼ਤੇ ਵਿੱਚ ਘੱਟੋ ਘੱਟ 45 ਘੰਟੇ ਪੜ੍ਹਾਉਣਾ ਪਵੇਗਾ, ਜਿਹੜਾ ਕਿ ਕਾਫੀ ਇੰਪੋਰਟੈਂਟ ਪੁਆਇੰਟ ਹੈਗਾ। ਤੇ ਪੇਪਰ ਦੇ ਵਿੱਚ ਇਹ ਵੀ ਪੁੱਛਿਆ ਜਾ ਸਕਦਾ ਗਾ ਕਿ ਇੱਕ ਅਧਿਆਪਕ ਇੱਕ ਹਫ਼ਤੇ ਵਿੱਚ ਕਿੰਨੇ ਘੰਟੇ ਤੱਕ ਪੜ੍ਹਾ ਸਕਦਾ ਗਾ। ਪਰ ਜਿਹੜੇ ਅਧਿਆਪਕਾਂ ਦੀ ਕਾਰਜ ਵਿਧੀ ਆ ਗਈ ਉਹਨੂੰ 2 ਭਾਗਾਂ ਦੇ ਵਿੱਚ ਵੰਡਿਆ ਗਿਆ ਗਾ। ਪਹਿਲਾ ਹੈਗਾ ਗਾ ਪ੍ਰਾਥਮਿਕ ਪੱਧਰ, ਮਤਲਬ ਕਿ 1 ਤੋਂ ਲੈ ਕੇ 5ਵੀਂ ਕਲਾਸ ਤੱਕ, ਤੇ ਦੂਸਰਾ ਹੈਗਾ ਗਾ ਉੱਚ ਪ੍ਰਾਥਮਿਕ ਪੱਧਰ, ਮਤਲਬ ਕਿ 5ਵੀਂ ਤੋਂ ਲੈ ਕੇ 8ਵੀਂ ਕਲਾਸ ਤੱਕ। ਇਹ ਮੈਂ ਤੁਹਾਨੂੰ ਡਿਵੀਜ਼ਨ ਕਰਕੇ ਇਸ ਲਈ ਪੜ੍ਹਾ ਰਹੀ ਹਾਂ ਤਾਂ ਕਿ ਤੁਹਾਨੂੰ ਚੰਗੀ ਤਰ੍ਹਾਂ ਸਮਝ ਆ ਸਕੇ। ਹੁਣ ਪ੍ਰਾਥਮਿਕ ਪੱਧਰ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ ਜਿਹੜਾ ਅਧਿਆਪਕ ਹੈਗਾ ਉਹ 1 ਸਾਲ ਦੇ ਵਿੱਚ 200 ਦਿਨ ਕਾਰਜ ਕਰੇਗਾ, ਜਿਹੜੇ ਕਿ ਪੂਰੇ 800 ਘੰਟੇ ਬਣਦੇ ਨੇ। ਤੇ ਉੱਚ ਪ੍ਰਾਥਮਿਕ ਪੱਧਰ ਦੇ ਵਿੱਚ ਜਿਹੜਾ ਅਧਿਆਪਕ ਹੈਗਾ ਉਹ 1 ਸਾਲ ਦੇ ਵਿੱਚ 220 ਦਿਨ ਤੱਕ ਕੰਮ ਕਰੂਗਾ। ਅਗਲੀ ਗੱਲ ਦੇ ਵਿੱਚ ਅਧਿਆਪਕ ਤੇ ਵਿਦਿਆਰਥੀਆਂ ਦੇ ਅਨੁਪਾਤ ਬਾਰੇ ਦੱਸਿਆ ਗਿਆ ਹੈਗਾ, ਜਿਹਦੇ ਵਿੱਚ ਕਿ ਪ੍ਰਾਥਮਿਕ ਪੱਧਰ ਤੇ ਇਹ ਜਿਹੜਾ ਅਨੁਪਾਤ ਆ ਇਹ 1:30 ਹੋਵੇਗਾ, ਮਤਲਬ ਕਿ 30 ਵਿਦਿਆਰਥੀਆਂ ਦੇ ਪਿੱਛੇ 1 ਅਧਿਆਪਕ ਹੋਵੇਗਾ। ਤੇ ਉੱਚ ਪ੍ਰਾਥਮਿਕ ਪੱਧਰ ਤੇ ਇਹ 1:35 ਹੋਵੇਗਾ, ਮਤਲਬ ਕਿ 35 ਵਿਦਿਆਰਥੀਆਂ ਦੇ ਪਿੱਛੇ 1 ਅਧਿਆਪਕ ਹੋਏਗਾ। ਪਰ ਇਹਦੇ ਵਿੱਚ ਇਹ ਗੱਲ ਵੀ ਕਹੀ ਗਈ ਆ ਕਿ ਜੇਕਰ ਕਿਸੇ ਸਕੂਲ ਦੇ ਵਿੱਚ 1 ਤੋਂ ਲੈ ਕੇ 8ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਦੀ ਗਿਣਤੀ 200 ਤੋਂ ਜ਼ਿਆਦਾ ਗਈ ਤਾਂ ਜਿਹੜਾ ਅਧਿਆਪਕ ਤੇ ਵਿਦਿਆਰਥੀਆਂ ਦਾ ਅਨੁਪਾਤ ਆ ਉਹ 1:40 ਹੋਵੇਗਾ, ਮਤਲਬ ਕਿ 40 ਵਿਦਿਆਰਥੀਆਂ ਦੇ ਪਿੱਛੇ 1 ਅਧਿਆਪਕ ਹੋਵੇਗਾ। ਹੁਣ ਆਪਾਂ ਇਸ ਐਕਟ ਦੇ ਕੁਝ ਹੋਰ ਮਹੱਤਵਪੂਰਨ ਜਿਹੜੇ ਪੁਆਇੰਟਸ ਨੇ ਉਹਨਾਂ ਨੂੰ ਦੇਖ ਲੈਂਦੇ ਆਗੇ। ਰਾਈਟ ਟੂ ਐਜੂਕੇਸ਼ਨ ਐਕਟ ਦੇ ਵਿੱਚ ਇਹ ਗੱਲ ਕਹੀ ਗਈ ਆ ਕਿ 1 ਕਲਾਸ ਤੋਂ 5ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਲਈ ਜਿਹੜੀ ਘਰ ਤੋਂ ਸਕੂਲ ਦੀ ਦੂਰੀ ਆ ਉਹ 1 ਕਿਲੋਮੀਟਰ ਹੋਣੀ ਚਾਹੀਦੀ ਆ। ਤੇ ਉੱਚ ਪ੍ਰਾਥਮਿਕ ਪੱਧਰ ਦੇ ਵਿਦਿਆਰਥੀਆਂ ਦੇ ਲਈ, ਮਤਲਬ ਕਿ 6ਵੀਂ ਤੋਂ ਲੈ ਕੇ 8ਵੀਂ ਤੱਕ ਦੇ ਵਿਦਿਆਰਥੀਆਂ ਲਈ ਜਿਹੜੀ ਇਹ ਦੂਰੀ ਆ ਇਹ 3 ਕਿਲੋਮੀਟਰ ਹੋਣੀ ਚਾਹੀਦੀ ਆ। ਦੂਸਰਾ ਜਿਹੜਾ ਮਹੱਤਵਪੂਰਨ ਪੁਆਇੰਟ ਹੈਗਾ ਉਹ ਹੈਗਾ ਗਾ ਕਿ RTE ਐਕਟ ਅਨੁਸਾਰ ਅਧਿਆਪਕ ਨੂੰ ਆਫਤ ਪ੍ਰਬੰਧਨ, ਮਤਲਬ ਕਿ ਜੇ ਕੋਈ ਕੁਦਰਤੀ ਆਫਤ ਆ ਜਾਂਦੀ ਹੈ ਜਿਵੇਂ ਕਿ ਭੂਚਾਲ ਆ ਗਿਆ, ਸੁਨਾਮੀ ਵਗੈਰਾ ਵਗੈਰਾ, ਤੇ ਜਨਗਣਨਾ ਤੇ ਚੋਣਾਂ ਵਿੱਚ ਡਿਊਟੀ ਤੋਂ ਬਿਨਾਂ ਕਿਸੇ ਵੀ ਹੋਰ ਗੈਰ ਸਿੱਖਿਅਕ ਕੰਮਾਂ ਵਿੱਚ ਕੰਮ ਨਹੀਂ ਲਗਾਇਆ ਜਾ ਸਕਦਾ। ਹੁਣ ਆਪਾਂ ਇਸ ਐਕਟ ਦੀਆਂ ਜਿਹੜੀਆਂ ਮਹੱਤਵਪੂਰਨ ਧਾਰਾਵਾਂ ਨੇਗੀਆਂ ਉਹਨਾਂ ਦੀ ਗੱਲ ਕਰਦੇ ਆਂਗੇ। ਜਿਵੇਂ ਕਿ ਪਹਿਲਾ ਹੈਗਾ ਗਾ RTE ਐਕਟ 2009 ਦੇ ਕਿਸ ਧਾਰਾ ਅਨੁਸਾਰ ਬੱਚਿਆਂ ਨੂੰ ਸਰੀਰਕ ਅਤੇ ਮਾਨਸਿਕ ਸਜ਼ਾ ਦੇਣ ਉੱਤੇ ਰੋਕ ਲਾਈ ਗਈ ਹੈ। ਪਹਿਲਾਂ ਕੀ ਹੁੰਦਾ ਸੀਗਾ, ਪਹਿਲਾਂ ਬੱਚਿਆਂ ਨੂੰ ਨਾ ਟੀਚਰ ਦੁਆਰਾ ਕਾਫੀ ਮਾਰਿਆ ਕੁੱਟਿਆ ਜਾਂਦਾ ਸੀਗਾ, ਜਿਸ ਕਰਕੇ ਉਹਨਾਂ ਦੇ ਵਿੱਚ ਨਾ ਡਰ ਦਾ ਮਾਹੌਲ ਜ਼ਿਆਦਾ ਰਹਿੰਦਾ ਸੀਗਾ ਤੇ ਉਹ ਡਰ ਕਰਕੇ ਹੀ ਟੀਚਰ ਤੋਂ ਕੋਈ ਜਿਹੜਾ ਸਵਾਲ ਸੀਗਾ ਉਹ ਪੁੱਛਦੇ ਨਹੀਂ ਹੁੰਦੇ ਸੀਗੇ, ਜਿਸ ਕਰਕੇ ਉਹਨਾਂ ਨੂੰ ਜਿਹੜੀ ਪ੍ਰੋਪਰ ਸਿੱਖਿਆ ਗੀ ਉਹ ਨਹੀਂ ਮਿਲਦੀ ਹੁੰਦੀ ਸੀਗੀ। ਇਸ ਕਰਕੇ ਹੀ ਇਸ ਐਕਟ ਜਿਹੜੀ ਧਾਰਾ 17 ਗੀ ਉਹਦੇ ਵਿੱਚ ਇਹ ਕਿਹਾ ਗਿਆ ਗਾ ਕਿ ਬੱਚਿਆਂ ਨੂੰ ਸਰੀਰਕ ਤੇ ਮਾਨਸਿਕ ਸਜ਼ਾ ਨਹੀਂ ਦੇਣੀ, ਮਤਲਬ ਕਿ ਟੀਚਰ ਆ ਜਿਹੜਾ ਉਹਨਾਂ ਨੂੰ ਸਰੀਰਕ ਤੇ ਮਾਨਸਿਕ ਸਜ਼ਾ ਨਹੀਂ ਦੇ ਸਕਦਾ, ਉਹਦੇ ਉੱਤੇ ਰੋਕ ਲਗਾਈ ਗਈ ਹੈ। ਦੂਸਰੇ ਨੰਬਰ ਤੇ ਹੈ RTE ਐਕਟ 2009 ਦੀ ਕਿਸ ਧਾਰਾ ਅਨੁਸਾਰ ਅਧਿਆਪਕ ਪ੍ਰਾਈਵੇਟ ਟਿਊਸ਼ਨ ਨਹੀਂ ਪੜ੍ਹਾ ਸਕਦਾ। ਮਤਲਬ ਕਿ ਜੇ ਕੋਈ ਸਰਕਾਰੀ ਅਧਿਆਪਕ ਆ ਤਾਂ ਉਹ ਆਪਣੇ ਘਰ ਜਾਂ ਬਾਹਰ ਕੋਈ ਵੀ ਪ੍ਰਾਈਵੇਟ ਟਿਊਸ਼ਨ ਆ ਜਿਹੜੀ ਉਹ ਨਹੀਂ ਦੇ ਸਕਦਾ, ਤੇ ਇਹਨੂੰ ਇਸ ਐਕਟ ਦੀ ਧਾਰਾ 28 ਦੇ ਵਿੱਚ ਕਿਹਾ ਗਿਆ ਗਾ। ਅਗਲਾ ਜਿਹੜਾ ਪ੍ਰਸ਼ਨ ਹੈਗਾ ਉਹ ਤੁਹਾਡੇ ਸਾਰਿਆਂ ਦੇ ਲਈ ਆ, ਜਿਹੜਾ ਕਿ ਹੈਗਾ ਗਾ ਭਾਰਤ ਸਿੱਖਿਆ ਨੂੰ ਮੌਲਿਕ ਅਧਿਕਾਰ ਘੋਸ਼ਿਤ ਕਰਨ ਵਾਲਾ ਕਿੰਨਵਾਂ ਦੇਸ਼ ਬਣਿਆ।
ਜੇ ਤੁਹਾਨੂੰ ਰਾਈਟ ਜਵਾਬ ਪਤਾ ਗਾ ਤਾਂ ਪਲੀਜ਼ ਤੁਸੀਂ ਕਮੈਂਟ ਕਰਕੇ ਇਸ ਕੁਐਸਚਨ ਦਾ ਆਨਸਰ ਦੱਸ ਸਕਦੇ ਹੋਗੇ। ਇਹਦੇ ਨਾਲ ਹੀ ਆਪਣੀ ਜਿਹੜੀ ਰਾਈਟ ਟੂ ਐਜੂਕੇਸ਼ਨ ਐਕਟ 2009 ਦੀ ਵੀਡੀਓ ਆ ਗਈ ਉਹ ਕੰਪਲੀਟ ਹੁੰਦੀ ਆ ਗਈ, ਜਿਹਦੇ ਵਿੱਚ ਲਗਭਗ ਹਰ ਇੱਕ ਚੀਜ਼ ਨੂੰ ਪ੍ਰੋਪਰ ਤੌਰ 'ਤੇ ਕਵਰ ਕੀਤਾ ਗਿਆ ਗਾ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਲਾਈਕ, ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਕਰ ਲਿਓ। ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।